हाँ जी बेटे, सत श्री अकाल साਰਿਆਂ ਨੂੰ। ਅਸੀਂ ਬੇਟੇ ਲੈਸਨ ਕਰ ਰਹੇ ਹਾਂ ਭਾਰਤ ਅਤੇ ਯੂਨਾਈਟਿਡ ਨੇਸ਼ਨਸ, ਭਾਰਤ ਦਾ ਸੰਯੁਕਤ ਰਾਸ਼ਟਰ ਸੰਘ ਦੇ ਵਿੱਚ ਯੋਗਦਾਨ, ਜਾਂ ਭਾਰਤ ਅਤੇ ਸੰਯੁਕਤ ਰਾਸ਼ਟਰ ਸੰਘ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ। ਇਸ ਲੈਸਨ ਦੀ ਸ਼ੁਰੂਆਤ ਦੇ ਜੋ ਸਾਡੇ 1-2 ਲੈਕਚਰਸ ਨੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਕੁਛ ਹੀ ਕੰਮ ਕਰਵਾ ਦਿੱਤਾ ਹੈ। ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਯੂਐਨਓ ਕਦੋਂ ਬਣਿਆ, ਪਰ ਯੂਐਨਓ ਕਿਉਂ ਬਣਿਆ, ਠੀਕ ਹੈ। ਉਸ ਤੋਂ ਬਾਅਦ ਯੂਐਨਓ ਬਣਨ ਦਾ ਕੀ ਉਦੇਸ਼ ਸੀ, ਯੂਐਨਓ ਦਾ ਮੁੱਖ ਦਫ਼ਤਰ, ਮੈਂ ਤੁਹਾਨੂੰ ਕੁਐਸਚਨ ਦਿੱਤਾ ਸੀ ਪਿਛਲੇ ਲੈਕਚਰ ਦੇ ਵਿੱਚ ਕਿ ਯੂਐਨਓ ਦਾ ਸਕੱਤਰੇਤ ਸੈਕਟਰੀਏਟ ਕਿੱਥੇ ਹੈ, ਤਾਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਹੈ। ਇੱਕ ਮੈਂ ਤੁਹਾਨੂੰ ਹੋਰ ਕੁਐਸਚਨ ਦਿੱਤਾ ਸੀਗਾ ਕਿ ਇਸ ਵਰਤਮਾਨ ਸਮੇਂ ਐਟ ਪ੍ਰੈਜ਼ੈਂਟ ਯੂਐਨਓ ਦੇ ਜਨਰਲ ਸਕੱਤਰ ਸੈਕਟਰੀ ਜਨਰਲ ਕੌਣ ਨੇ, ਤਾਂ ਉਹ ਹੈ ਐਂਟੋਨੀਓ ਗੁਟਰਸ, ਸ਼੍ਰੀ ਐਂਟੋਨੀਓ ਗੁਟਰਸ। ਹੀ ਇਜ਼ ਫਰੋਮ ਪੁਰਤਗਾਲ। ਪੁਰਤਗਾਲ ਇੱਕ ਦੇਸ਼ ਹੈ, ਛੋਟਾ ਜਿਹਾ ਹੈ, ਉੱਥੋਂ ਦੇ ਜੋ ਹੈ ਉਹ ਪੂਰੇ ਸਿਕਿਉਰਿਟੀ ਕਾਉਂਸਲ ਦੇ ਹੈਡ, ਸਿਕਿਉਰਿਟੀ ਕਾਉਂਸਲ ਤੁਹਾਨੂੰ ਮੈਂ ਕਹਿ ਸਕਦੀ ਪੂਰੇ ਯੂਐਨਓ ਦੇ ਹੈਡ, ਕਿਉਂਕਿ ਯੂਐਨਓ ਚ ਸਿਕਿਉਰਿਟੀ ਕਾਉਂਸਲ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਇੰਪੋਰਟੈਂਟ ਡਿਸੀਜਨ ਇੰਪਲੀਮੈਂਟ ਕਰਨੇ ਹੁੰਦੇ ਆ, ਤਾਂ ਯੂਐਨਓ ਦੇ ਹੈਡ ਸੈਕਟਰੀ ਜਨਰਲ ਆਫ ਯੂਐਨਓ ਇਜ਼ ਐਂਟੋਨੀਓ ਗੁਟਰਸ। ਤਾਂ ਐਂਟੋਨੀਓ ਗੁਟਰਸ ਦੇ ਉੱਤੇ ਬੇਟੇ ਤੁਹਾਨੂੰ ਕੁਐਸਚਨ ਆ ਸਕਦਾ ਹੈ। ਵਰਤਮਾਨ ਸਕੱਤਰ ਜਨਰਲ ਪੁੱਛੇ ਜਾ ਸਕਦੇ ਆ, ਸਕੱਤਰੇਤ ਕਿੱਥੇ ਹੈ ਪੁੱਛੇ ਜਾ ਸਕਦੇ ਆ। ਹੁਣ ਆਪਾਂ ਨੇ 6 ਅੰਗ ਕੀਤੇ ਸੀਗੇ ਯੂਐਨਓ ਦੇ। ਨੰਬਰ 1 ਮਹਾਸਭਾ, ਨੰਬਰ 2 ਸੁਰੱਖਿਆ ਪਰਿਸ਼ਦ ਸਿਕਿਉਰਿਟੀ ਕਾਉਂਸਲ, ਨੰਬਰ 3 ਆਰਥਿਕ ਅਤੇ ਸਮਾਜਿਕ ਪਰਿਸ਼ਦ ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਚੌਥਾ ਅਸੀਂ ਕੀਤਾ ਸੀ ਇਮਾਰਤਦਾਰੀ ਪਰਿਸ਼ਦ ਟਰਸਟੀਸ਼ਿਪ ਕਾਉਂਸਲ, ਪੰਜਵਾਂ ਅਸੀਂ ਕੀਤਾ ਸੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਅੰਤਰਰਾਸ਼ਟਰੀ ਅਦਾਲਤ, ਛੇਵਾਂ ਅਸੀਂ ਕੀਤਾ ਸੀ ਸਕੱਤਰੇਤ ਸੈਕਟਰੀਏਟ। ਇੱਥੇ ਤੱਕ ਸਾਰੇ ਬੱਚਿਆਂ ਦਾ ਕੰਪਲੀਟ ਹੋ ਗਿਆ? ਹਾਂਜੀ ਬੇਟੇ, ਹਾਂਜੀ ਹੋ ਗਿਆ ਹਾਂਜੀ ਜੀ। ਇੱਥੇ ਤੱਕ ਕੰਪਲੀਟ ਹੋ Yes, ਗਿਆ, ma'am. ਠੀਕ ਹੈ। ਤੇ ਦੂਸਰੀ ਗੱਲ, ਆਪਾਂ YouTube ਦੇ ਉੱਤੇ ਵੀ ਮੈਂ ਪਾ ਦਾਂਗੀ ਕਲਾਸਿਸ, ਤੇ ਜੇ ਕਿਸੇ ਟਾਈਮ ਤੁਸੀਂ ਸੁਣਨੀਆਂ ਹੋਣ ਤਾਂ ਤੁਸੀਂ ਸੁਣ ਸਕਦੇ ਹੋ, ਤੇ ਬਾਕੀ ਪੰਜਾਬ ਵਾਲੇ ਬੱਚੇ ਵੀ ਦੇਖ ਸਕਦੇ ਹੋ। ਹੁਣ ਬੇਟੇ ਇਹ ਤਾਂ ਸੀ ਯੂਐਨਓ ਦੇ ਅੰਗ। ਅੱਜ ਅਸੀਂ ਕਰਾਂਗੇ ਯੂਐਨਓ ਦੀਆਂ ਏਜੰਸੀਆਂ। ਪਹਿਲਾਂ ਲਿਖੋ ਯੂਐਨਓ ਸੰਯੁਕਤ ਰਾਸ਼ਟਰ ਸੰਘ ਦੀਆਂ ਏਜੰਸੀਆਂ। ਸੰਯੁਕਤ ਰਾਸ਼ਟਰ ਸੰਘ ਦੀਆਂ ਏਜੰਸੀਆਂ, ਏਜੰਸੀਜ਼ ਆਫ ਯੂਐਨਓ। ਵੈਰੀ ਇੰਪੋਰਟੈਂਟ ਲਿਖ ਲਓ ਤੁਸੀਂ, very important, not only for +2 ਬਲਕਿ ਤੁਸੀਂ ਅੱਗੇ ਕੰਪੀਟੀਟਿਵ ਐਗਜ਼ਾਮਸ ਵਿੱਚ ਜਾਓਗੇ ਜਾਂ ਕਿਸੇ ਵੀ ਇੰਟਰਵਿਊ 'ਚ ਬੈਠੋਗੇ, ਉੱਥੇ ਵੀ ਬੇਟੇ ਏਜੰਸੀਆਂ ਦੇ ਉੱਤੇ ਕੁਐਸਚਨ ਆਮ ਤੌਰ ਤੇ ਪੁੱਛ ਲਿਆ ਜਾਂਦਾ ਹੈ। ਹੁਣ ਪਿੱਛੇ ਸਾਡੇ ਇੱਕ ਲੈਕਚਰਾਰਾਂ ਦੀ ਭਰਤੀ ਦਾ ਟੈਸਟ ਸੀ, ਉੱਥੇ ਵੀ ਇਹ ਕੁਐਸਚਨ ਪੁੱਛਿਆ ਗਿਆ ਯੂਐਨਓ ਦਾ, ਏਜੰਸੀਜ਼ ਦਾ। ਇੱਕ ਹੈਗੇ ਅੰਗ, ਅੰਗ ਵੀ ਤੁਹਾਨੂੰ 6 ਕਰਵਾ ਦਿੱਤੇ ਆ। ਅੱਗੇ ਹੈਗੀਆਂ ਏਜੰਸੀਜ਼। ਏਜੰਸੀਜ਼ ਦਾ ਮਤਲਬ ਹੈਗਾ ਯੂਐਨਓ ਨੇ, ਦੇਖੋ ਹੁਣ ਮੈਂ ਮੁੱਖ ਦੀ ਗੱਲ ਤੁਹਾਨੂੰ ਕੀ ਸਮਝਾਉਣਾ ਚਾਹੁੰਦੀ ਹਾਂ ਕਿ ਯੂਐਨਓ ਦੀ ਸ਼ੁਰੂਆਤ ਕਿਉਂ ਹੋਈ ਸੀ, ਕਿਉਂ ਹੋਈ ਸੀ ਦੱਸੋ? 2 ਵਿਸ਼ਵ ਯੁੱਧ ਹੋ ਗਏ ਸੀਗੇ, ਤੀਸਰੇ ਵਿਸ਼ਵ ਯੁੱਧ ਨੂੰ ਰੋਕਣ ਦੇ ਲਈ ਯੂਐਨਓ ਦੀ ਸ਼ੁਰੂਆਤ ਹੋਈ ਹੈ। ਦੂਜਾ ਯੂਐਨਓ ਦਾ ਉਦੇਸ਼ ਸੀਗਾ ਕਿ ਯੂਐਨਓ ਨੇ ਸੰਸਾਰ ਵਿੱਚ ਸ਼ਾਂਤੀ ਸਥਾਪਿਤ ਕਰਨੀ ਹੈ। ਤੀਸਰਾ ਉਦੇਸ਼ ਸੀਗਾ ਦੇਸ਼ਾਂ ਦੀਆਂ ਸਮੱਸਿਆਵਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ। ਚੌਥਾ ਉਦੇਸ਼ ਸੀਗਾ ਕਿ ਸੰਸਾਰ ਦੇ ਵਿੱਚ ਤੀਜੇ ਅਤੇ ਆਖਰੀ ਵਿਸ਼ਵ ਯੁੱਧ ਨੂੰ ਰੋਕਣਾ ਹੈ, ਸੰਸਾਰ ਦੇ ਵਿੱਚ ਮਿੱਤਰਤਾ ਦਾ ਮਾਹੌਲ ਬਣਾਉਣਾ ਹੈ, ਸ਼ਾਂਤੀ ਦਾ ਮਾਹੌਲ ਬਣਾਉਣਾ ਹੈ। ਪਰ ਯੂਐਨਓ ਨੇ ਇਹ ਕੰਮ ਤਾਂ ਕੀਤਾ ਹੀ ਕੀਤਾ, ਪਰ ਇਸ ਦੇ ਨਾਲ ਨਾਲ ਯੂਐਨਓ ਦੀਆਂ ਕਈ ਏਜੰਸੀਆਂ ਨੇ ਜਿਨ੍ਹਾਂ ਨੇ ਵੱਖ-ਵੱਖ ਫੀਲਡ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ। ਜਿਵੇਂ ਮਜ਼ਦੂਰਾਂ ਦੇ ਲਈ ਕੰਮ ਕਰਨਾ, ਔਰਤਾਂ ਦੀ ਭਲਾਈ ਲਈ ਕੰਮ ਕਰਨਾ, ਬੱਚਿਆਂ ਦੇ ਲਈ ਕੰਮ ਕਰਨਾ, ਵਾਤਾਵਰਣ ਨੂੰ ਸੁਧਾਰਨ ਦੇ ਲਈ ਕੰਮ ਕਰਨਾ, ਪਰਮਾਣੂ ਹਥਿਆਰਾਂ ਤੇ ਰੋਕ ਲਗਾਉਣ ਦੇ ਲਈ ਕੰਮ ਕਰਨਾ, ਠੀਕ ਹੈ। ਸੋ ਇਹ ਜਿਹੜੀਆਂ ਗਰੀਬ ਦੇਸ਼ਾਂ ਦੇ ਬੱਚਿਆਂ ਨੂੰ ਖੁਰਾਕ ਦੇਣੀ, ਜਿਹੜੇ ਗਰੀਬ ਦੇਸ਼ ਨੇ, ਏਸ਼ੀਆ ਦੇ, ਅਫਰੀਕਾ ਦੇ ਗਰੀਬ ਦੇਸ਼ ਨੇ ਜਿੱਥੇ ਬੱਚਿਆਂ ਨੂੰ ਰੋਟੀ ਨਹੀਂ ਮਿਲਦੀ, ਉਹਨਾਂ ਨੂੰ ਖੁਰਾਕ ਦੇਣੀ। ਸੋ ਇਹ ਹੁਣ ਵੀ ਤੁਸੀਂ ਦੇਖੋ ਕਰੋਨਾ ਦੇ ਵਿੱਚ ਯੂਐਨਓ ਦੀ ਏਜੰਸੀ ਹੈ WHO, ਅਸੀਂ ਹੁਣੇ ਕਰਾਂਗੇ ਵਰਲਡ ਹੈਲਥ ਆਰਗੇਨਾਈਜੇਸ਼ਨ। ਉਹ ਕੀ ਹੈ ਕਿ ਜਿੰਨਾ ਆਪਾਂ ਨੂੰ ਫੰਡ ਆ ਰਹੇ ਹੈ, ਕਿਉਂਕਿ ਕਰੋਨਾ ਮਹਾਮਾਰੀ ਸਾਰੇ ਸੰਸਾਰ 'ਚ ਫੈਲੀ ਹੈ, ਸੋ ਜਿੰਨਾ ਫੰਡ ਆ ਰਿਹਾ, ਇਹ ਫੰਡ ਵਿੱਚ ਜਿੰਨੇ ਪੈਸੇ ਆ ਰਹੇ ਕਿੱਥੋਂ ਆ ਰਹੇ? WHO ਤੋਂ ਆ ਰਹੇ ਨੇ। ਸੋ ਯੂਐਨਓ ਦੇ ਅੰਗ ਤਾਂ ਆਪਣਾ ਕੰਮ ਕਰਦੇ ਹੀ ਹੈ, ਅੰਗਾਂ ਦੇ ਨਾਲ ਨਾਲ ਯੂਐਨਓ ਦੀਆਂ ਏਜੰਸੀਆਂ, ਯੂਐਨਓ ਦੀਆਂ ਏਜੰਸੀਜ਼ ਕਿਸ ਫੀਲਡ ਵਿੱਚ ਕਿਹੜਾ ਕੰਮ ਕਰਦੀਆਂ,
ਉਹ ਅਸੀਂ ਅੱਜ ਡਿਸਕਸ ਕਰਾਂਗੇ ਕਿਹੜੀਆਂ ਏਜੰਸੀਜ਼ ਨੇ ਔਰ ਉਹਨਾਂ ਦਾ ਕੰਮ ਕੀ ਹੈ। ਇਹਦੇ ਉੱਤੇ ਪਹਿਲਾਂ ਤੁਸੀਂ ਪੇਪਰ ਦੇ ਪੁਆਇੰਟ ਆਫ View ਤੋਂ ਵੈਰੀ 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 ਇੰਪੋਰਟੈਂਟ ਤੇ ਕਰੋ। ਹਾਂਜੀ, ਹੈਡਿੰਗ ਦਿਓ ਸੰਯੁਕਤ ਰਾਸ਼ਟਰ ਸੰਘ ਦੀਆਂ ਏਜੰਸੀਜ਼ ਜਾਂ ਏਜੰਸੀਜ਼ ਆਫ UN। ਪਹਿਲੀ ਏਜੰਸੀ ਨੰਬਰ 1 ਪਾਓ WHO। WHO ਵੱਡਾ W ਵੱਡਾ H ਵੱਡਾ O। WHO ਇਹਦੀ ਫੁੱਲ ਫਾਰਮ ਲਿਖੋ ਵਰਲਡ ਹੈਲਥ ਆਰਗੇਨਾਈਜੇਸ਼ਨ। वर्ल्ड हेल्थ ऑर्गेनाइजेशन, संसार सेहत संघ। मेरी आवाज क्लियर है? हाँ जी मैम। हाँ जी। चलो, पहली एजेंसी है WHO वर्ल्ड हेल्थ ऑर्गेनाइजेशन, संसार या विश्व सेहत संघ भी कह दिंदे आ, संसार सेहत संघ भी कह दिंदे आ। हुण देखो WHO ਦਾ ਕੰਮ ਕੀ ਹੈ? ਦੁਨੀਆ ਭਰ ਵਿੱਚ, ਕਿਉਂਕਿ 193 ਦੇਸ਼ਾਂ ਦਾ ਸੰਗਠਨ ਹੈ ਇਹ, ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਸਿਹਤ ਸੰਬੰਧੀ ਸਹੂਲਤਾਵਾਂ ਦੇਣੀਆਂ, ਸਿਹਤ ਸੰਬੰਧੀ ਸਹੂਲਤਾਵਾਂ ਦਾ ਵਿਕਾਸ ਕਰਨਾ। ਜਦੋਂ ਕੋਈ ਸੰਸਾਰ ਵਿੱਚ ਮਹਾਮਾਰੀਆਂ ਫੈਲਦੀਆਂ ਨੇ, ਚਾਹੇ ਉਹ ਇੱਕ ਦੇਸ਼ 'ਚ ਫੈਲੇ ਚਾਹੇ ਕਈ ਦੇਸ਼ਾਂ 'ਚ ਫੈਲੇ, ਉਹਦੀ ਰੋਕਥਾਮ ਕਰਨੀ, ਉਹਦੇ ਲਈ ਜਿਹੜੀਆਂ ਡਾਕਟਰ ਮੁਹੱਈਆ ਕਰਾਉਣੇ, ਪੈਸੇ ਦੇਣੇ। ਸੋ ਕਿਸੇ ਵੀ ਦੇਸ਼ ਵਿੱਚ ਕਾਲ ਪੈ ਗਿਆ, ਹੜ੍ਹ ਆ ਗਏ, ਭੂਚਾਲ ਆ ਗਿਆ, ਬਿਮਾਰੀਆਂ ਫੈਲ ਗਈਆਂ, ਹੁਣ ਜਿਵੇਂ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਕੋਲ ਕਰੋਨਾ ਦੀ ਹੈ ਇਸ ਟਾਈਮ ਦੇ ਉੱਤੇ, ਜਦੋਂ ਵੀ ਸੰਸਾਰ ਦੀ ਸਿਹਤ ਦਾ ਕੋਈ ਮਾਮਲਾ ਹੈ ਸੰਸਾਰ ਭਰ ਦੇ ਦੇਸ਼ਾਂ ਦਾ, ਉਹਦੇ ਲਈ ਕੰਮ ਕੌਣ ਕਰਦੀ ਹੈ? ਏਜੰਸੀ WHO ਵਰਲਡ ਹੈਲਥ ਆਰਗੇਨਾਈਜੇਸ਼ਨ। ਨੰਬਰ 2 ਦੇ ਉੱਤੇ ਲਿਖੋ ILO। ਛੋਟੇ ਅੱਖਰ ਕੋਈ ਨਹੀਂ ਪਾਉਣੇ, ਛੋਟੇ ABC ਦੇ, ਕਈ ਵਾਰ ਵਿੱਚ ਛੋਟੀ ABC ਦੇ ਅੱਖਰ ਪਾ ਦਿੰਦੇ ਨੇ, ਉਹ ਨਹੀਂ ਪੜਾ। ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, इंटरनेशनल लेबर ऑर्गेनाइजेशन, विश्व मजदूर संघ। एब्रीवेशन भी लिखनी है, इंग्लिश च भी लिखना है, उस तो अगे तुसी पंजाबी च भी लिखना है, विश्व मजदूर संघ। हुण देखो ILO दा काम की है? UN दी बड़ी इंपॉर्टेंट एजेंसी है। ILO दा काम की है? संसार भर दे मजदूरां दियां समस्यावां नूं हल करना, मजदूरां नूं वध तो वध सहूलतावां देणियां, ਕੰਮ ਦੇ ਘੰਟੇ ਨਿਸ਼ਚਿਤ ਕਰਨੇ, ਘੱਟ ਤੋਂ ਘੱਟ ਵੇਤਨ ਨਿਸ਼ਚਿਤ ਕਰਨਾ ਵੀ ਇਸ ਤੋਂ ਘੱਟ ਤਨਖਾਹ ਨਹੀਂ ਦਿੱਤੀ ਜਾ ਸਕਦੀ। ਮਜ਼ਦੂਰਾਂ ਨੇ ਜਿੱਥੇ ਫੈਕਟਰੀਆਂ ਵਿੱਚ ਜਾਂ ਕਿਤੇ ਵੀ ਕਿਸੇ ਮਜ਼ਦੂਰ ਨੇ ਕੰਮ ਕਰਨਾ ਹੈ, ਉਹਦੇ ਕਿੱਦਾਂ ਦੇ ਹਾਲਾਤ ਹੋਣੇ ਚਾਹੀਦੇ ਹਨ, ਉਹਨੂੰ ਕਿੱਦਾਂ ਦਾ ਐਟਮੋਸਫੇਅਰ ਮਿਲਣਾ ਚਾਹੀਦਾ ਹੈ, ਉਹਨਾਂ ਤੋਂ ਕਿੰਨੇ ਘੰਟੇ ਕੰਮ ਲਿਆ ਜਾ ਸਕਦਾ ਹੈ, ਕਿੰਨਾ ਹਾਲਤਾਂ ਵਿੱਚ ਕੰਮ ਨਹੀਂ ਲਿਆ ਜਾ ਸਕਦਾ। ਸੋ ਮਜ਼ਦੂਰਾਂ ਦੇ ਭਲੇ ਦੇ ਲਈ ਜਿਹੜੀ ਆਰਗੇਨਾਈਜੇਸ਼ਨ ਬਣੀ ਹੋਈ ਹੈ ਬੇਟੇ, that is called ILO इंटरनेशनल लेबर ऑर्गेनाइजेशन। और याद रखना ਜਿਹੜੀ UN ਦੀਆਂ ਏਜੰਸੀਆਂ ਕਿਸੇ ਇੱਕ ਦੇਸ਼ ਲਈ ਕੰਮ ਨਹੀਂ ਕਰਦੀਆਂ, ਇਹਨਾਂ ਸੋਚਿਓ ਕਿ ਕੱਲਾ ਇੱਕ ਦੇਸ਼ ਨਾ, 193 ਦੇਸ਼ ਮੈਂਬਰ ਨੇ। ਇਹ ਏਜੰਸੀ ਜਿਹੜੀਆਂ ਨੇ 193 ਦੇਸ਼ਾਂ ਦੇ ਲਈ ਕੰਮ ਕਰਦੀਆਂ, ਜਿੱਥੇ ਲੋੜ ਹੁੰਦੀ ਹੈ ਉੱਥੇ ਜਾ ਕੇ ਇਹ ਕੰਮ ਕਰਦੀਆਂ ਹਨ। ਠੀਕ ਹੈ ਜੀ, ਉਸ ਤੇ ਚੱਲੋ FAO फूड एंड एग्रीकल्चर ऑर्गेनाइजेशन। FAO फूड एंड एग्रीकल्चर ऑर्गेनाइजेशन। विश्व अनाज भोजन अते अनाज संगठन, विश्व भोजन अते FAO, ਇਹਦਾ FAO ਦਾ ਮੁੱਖ ਕੰਮ ਕੀ ਹੈ ਬੇਟੇ? ਦੇਖੋ ਇਹਦੇ ਨਾਮ ਤੋਂ ਹੀ ਕਲੀਅਰ ਹੁੰਦਾ ਕਿ ਸੰਸਾਰ ਭਰ ਦੇ ਲੋਕਾਂ ਦੇ ਨੂੰ ਅੰਨ ਦੀ ਸਮੱਸਿਆਵਾਂ ਨੂੰ, ਅਨਾਜ ਦੀਆਂ, ਭੋਜਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਹੁਣ ਤੁਸੀਂ ਕਹੋਗੇ ਵੀ ਉਹ ਕਿੱਦਾਂ? ਬੇਟੇ ਦੁਨੀਆ ਦੇ ਵਿੱਚ ਅਮੀਰ ਦੇਸ਼ਾਂ ਦੀ ਗਿਣਤੀ ਘੱਟ ਹੈ, ਗਰੀਬਾਂ ਦੀ ਗਿਣਤੀ ਜ਼ਿਆਦਾ ਹੈ। ਜੇ ਆਪਾਂ ਆਪਣੇ ਭਾਰਤ ਨੂੰ ਦੇਖੀਏ ਤਾਂ ਇੱਥੇ ਅੱਜ ਵੀ 30 ਤੋਂ 40% ਬੱਚੇ ਇਸ ਤਰ੍ਹਾਂ ਦੇ ਨੇ, ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਰੋਟੀ ਖਾਏ ਬਿਨਾਂ ਰਾਤ ਨੂੰ ਸੌਂਦੇ ਨੇ, ਜਿਨ੍ਹਾਂ ਨੂੰ 3 ਵਕਤ ਦੀ ਰੋਟੀ ਨਹੀਂ ਮਿਲਦੀ। ਆਪਾਂ ਤਾਂ ਪੰਜਾਬ 'ਚ ਬੈਠੇ ਆ, ਆਪਾਂ ਏਦਾਂ ਨਹੀਂ ਦੇਖਿਆ, ਅਦਰਵਾਈਜ਼ ਬਹੁਤ ਜ਼ਿਆਦਾ ਗਰੀਬੀ ਹੈ, ਲੋਕੀ ਰੋਟੀ ਨੂੰ ਹੀ ਤਰਸੇ ਪਏ ਨੇ। ਸੋ ਸੰਸਾਰ ਭਰ ਦੇ ਵਿੱਚ ਬੱਚੇ ਨੇ
ਜਿਨ੍ਹਾਂ ਬੱਚਿਆਂ ਨੂੰ ਪ੍ਰੋਪਰ ਖਾਣਾ ਨਹੀਂ ਮਿਲਦਾ, ਜਿਨ੍ਹਾਂ ਨੂੰ ਉਹਨਾਂ ਦੀ ਸਿਹਤ ਦੇ ਅਨੁਸਾਰ ਚੀਜ਼ਾਂ ਨਹੀਂ ਮਿਲਦੀਆਂ, ਜਾਂ ਕਿਸੇ ਦੇਸ਼ ਦੇ ਵਿੱਚ ਅਕਾਲ ਪੈ ਗਿਆ, ਕਿਸੇ ਦੇਸ਼ 'ਚ ਹੜ੍ਹ ਆ ਗਏ, ਕਿਸੇ ਦੇਸ਼ 'ਚ ਭੂਚਾਲ ਆ ਗਈ, ਸੁਨਾਮੀ ਆ ਗਈ, ਮਹਾਂਮਾਰੀਆਂ ਫੈਲ ਗਈਆਂ, ਉੱਥੇ ਲੋਕਾਂ ਨੂੰ ਭੋਜਨ ਦੀ ਸਮੱਸਿਆ ਆ ਰਹੀ ਹੈ। ਉਹ ਇਹ ਸਾਰਾ ਭੋਜਨ ਨਾਲ ਸੰਬੰਧਿਤ, ਸਿਹਤ ਨਾਲ ਸੰਬੰਧਿਤ, ਖੁਰਾਕ ਨਾਲ ਸੰਬੰਧਿਤ ਜਿਹੜਾ ਸਾਰਾ ਹੈ ਸੰਗਠਨ, that is FAO, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਠੀਕ ਹੈ। ਖੇਤੀਬਾੜੀ, ਖਾद्य ਪਦਾਰਥ, ਖਾਣ ਪੀਣ, ਅਨਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ, ਠੀਕ ਹੈ ਜੀ। ਅਗਲਾ ਲਿਖੋ ਬੇਟੇ ਨੰਬਰ 4, ਯੂਨੈਸਕੋ, UNESCO, ਵੱਡੇ ਅੱਖਰ ਪਾਉਣੇ ਨੇ ਸਾਰੇ, UNESCO, ਯੂਨੈਸਕੋ, ਪੰਜਾਬੀ ਚ ਵੀ ਲਿਖ ਲਓ ਯੂਨੈਸਕੋ। ਹੁਣ ਇਹਦੀ ਫੁੱਲ ਫਾਰਮ ਲਿਖੋ, ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ, ਸਾਇੰਟਿਫਿਕ, ਕਲਚਰਲ ਆਰਗੇਨਾਈਜੇਸ਼ਨ। United Nations Educational, Scientific, Cultural Organization, UNESCO, UNESCO, E ਤੋਂ ਐਜੂਕੇਸ਼ਨਲ, S ਤੋਂ ਸਾਇੰਸ, C ਤੋਂ ਕਲਚਰਲ ਆਰਗੇਨਾਈਜੇਸ਼ਨ। ਹੁਣ ਪੰਜਾਬੀ ਚ ਆਪਾਂ ਇਹਨੂੰ ਕੀ ਕਵਾਂਗੇ? ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ। ਯੂਨਾਈਟਿਡ ਨੇਸ਼ਨਸ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ, ਯੂਨੈਸਕੋ। ਯੂਨੈਸਕੋ ਵੀ ਲਿਖ ਲਓ ਨਾਲ ਪੰਜਾਬੀ, ਯੂਨੈਸਕੋ। ਆ ਬੇਟੇ ਹੁਣ ਯੂਨੈਸਕੋ ਦਾ ਕੀ, ਦੇਖੋ ਨਾਮ ਤੋਂ ਹੀ ਕਲੀਅਰ ਹੈ ਕਿ ਇਹਨੇ, ਇਸ ਏਜੰਸੀ ਨੇ ਕਿਸ ਕਿਸ ਫੀਲਡ 'ਚ ਕੰਮ ਕਰਨਾ ਹੈ? ਬੱਚਿਆਂ, ਦੁਨੀਆ ਭਰ ਵਿੱਚ ਵਿਦਿਆ ਦੇ ਪ੍ਰਸਾਰ ਦੇ ਲਈ। ਨੰਬਰ 2, ਸਾਇੰਸ ਦੇ ਪ੍ਰਸਾਰ ਦੇ ਲਈ, ਵਿਗਿਆਨ ਦੇ ਪ੍ਰਸਾਰ ਦੇ ਲਈ। ਨੰਬਰ 3, ਕਲਚਰ, ਸੱਭਿਆਚਾਰ ਦੇ ਵਿਕਾਸ ਦੇ ਲਈ ਕੰਮ ਕਰਨਾ। ਕਿਸੇ ਇੱਕ ਦੇਸ਼ 'ਚ ਨਹੀਂ ਕਰਨਾ, ਬਲਕਿ 193 ਦੇਸ਼ਾਂ ਦੇ ਲਈ। ਇਹਨਾਂ ਨੇ ਵੱਡੀਆਂ ਯੂਨੀਵਰਸਿਟੀਆਂ UNO ਦੇ ਅੰਡਰ ਕੰਮ ਕਰਦੀਆਂ ਨੇ, ਕਾਲਜਿਸ ਕਰਦੇ ਨੇ, ਬੱਚਿਆਂ ਦੀ ਪੜ੍ਹਾਈ ਦੇ ਲਈ ਸਕਾਲਰਸ਼ਿਪਸ ਹੈਗੇ ਸਾਰੇ ਦੇਸ਼ਾਂ 'ਚ ਮੈਂ ਫੇਰ ਕਹਿ ਰਹੀ ਹਾਂ, ਖਾਸ ਤੌਰ ਤੇ ਗਰੀਬ ਦੇਸ਼ਾਂ 'ਚ, ਲੋੜਵੰਦ ਦੇਸ਼ਾਂ ਦੇ ਵਿੱਚ। ਮੈਂ ਅੱਗੇ ਤੁਹਾਡੇ ਨਾਲ ਡਿਸਕਸ ਕਰਾਂਗੀ ਕਿ UNO ਇਹ ਪੈਸਾ ਕਿੱਥੋਂ ਲੈਂਦਾ ਸਾਰਾ। ਪਰ ਜਿੰਨਾ ਸਾਇੰਸ ਦਾ, ਵਿਦਿਆ ਦਾ, ਸੱਭਿਆਚਾਰ ਦਾ ਵਿਕਾਸ ਕਰਨ ਦਾ ਕੰਮ ਹੈ, ਉਹ ਕਿਹਦੇ ਅੰਡਰ ਹੈ? ਯੂਨੈਸਕੋ ਦੇ। ਠੀਕ ਹੈ ਜੀ, ਲਿਖ ਲਿਆ ਯੂਨੈਸਕੋ। ਹਾਂਜੀ ਬੇਟੇ ਲਿਖ ਲਿਆ। ਅੱਗੇ ਲਿਖੋ IMF, ਵੱਡੀ I, ਵੱਡਾ M, ਵੱਡਾ F, IMF, ਇੰਟਰਨੈਸ਼ਨਲ ਮੋਨੇਟਰੀ ਫੰਡ, ਅੰਤਰਰਾਸ਼ਟਰੀ ਮੁਦਰਾ ਕੋਸ਼। IMF, इंटरनेशनल मॉनेटरी फंड, अंतरराष्ट्रीय मुद्रा कोष। देखो मॉनेटरी मैंने धन, मनी, कोष मैंने खजाना, अंतरराष्ट्रीय मुद्रा का खजाना। ये की है? यूएनओ दी एक आर्थिक, इकोनॉमिक ऑर्गेनाइजेशन है ਜਿਹਦਾ ਕੰਮ ਹੈ ਸੰਸਾਰ ਦੇ ਗਰੀਬ ਅਤੇ ਲੋੜਵੰਦ ਦੇਸ਼ਾਂ ਨੂੰ ਆਪਣੇ ਵਿਕਾਸ ਦੇ ਲਈ, ਆਪਣੇ ਕੰਮਾਂ ਦੇ ਲਈ ਕਰਜ਼ੇ ਦੇਣਾ। ਲਿਖੀ ਜਾਓ ਨਾਲ ਨਾਲ, ਠੀਕ ਹੈ। ਜਿਵੇਂ ਅੱਗੇ ਆਪਾਂ ਬੈਂਕ ਤੋਂ ਕਰਜ਼ਾ ਲੈਂਦੇ ਹਾਂ, ਬੈਂਕ ਤੋਂ ਆਪਾਂ ਲੋਨ ਲੈਂਦੇ ਹਾਂ, ਉਸੇ ਤਰੀਕੇ ਨਾਲ ਗਰੀਬ ਦੇਸ਼, ਜੇ ਉਹਨਾਂ ਨੂੰ ਧਨ ਦੀ ਜ਼ਰੂਰਤ ਹੈ, ਪੈਸੇ ਦੀ ਜ਼ਰੂਰਤ ਹੈ, ਲੋੜਵੰਦ ਦੇਸ਼ਾਂ ਨੂੰ, ਗਰੀਬ ਦੇਸ਼ਾਂ ਨੂੰ, ਚਾਹੇ ਆਪਣੀ ਰੋਟੀ ਲਈ ਹੈ, ਚਾਹੇ ਵਿਦਿਆ ਲਈ ਹੈ, ਚਾਹੇ ਵਿਕਾਸ, ਗਰੀਬ ਦੇਸ਼ ਨੂੰ ਲੋੜ ਹੈ, ਤਾਂ ਉਹ ਅੰਤਰਰਾਸ਼ਟਰੀ ਮੰਚ ਦੇ ਉੱਤੇ ਜਦੋਂ ਉਹਨੇ ਪੈਸਾ ਰੱਖਣਾ ਤਾਂ ਉਹ ਜਿਹੜਾ ਕਰ ਸਕਦਾ, ਇੱਥੋਂ ਰਹਿ ਸਕਦਾ ਹੈ। ਇੰਟਰਨੈਸ਼ਨਲ ਮੋਨਿਟਰੀ ਫੰਡ, ਤੁਸੀਂ ਇਹ ਸਮਝ ਲਓ ਦੁਨੀਆ ਦਾ ਬੈਂਕ ਹੈ। ਜੇ ਬੈਂਕ ਤੋਂ ਆਪਾਂ ਲੋਨ ਵਗੈਰਾ ਲੈਂਦੇ ਹਾਂ, ਇਸ ਤਰੀਕੇ ਨਾਲ ਸੰਸਾਰ ਦੇ ਦੇਸ਼ ਇੱਥੋਂ ਹੈਲਪ ਲੈ ਸਕਦੇ। ਇੰਟਰਨੈਸ਼ਨਲ ਮੋਨਿਟਰੀ ਫੰਡ। ਅਗਲਾ ਲਿਖੋ ਬੇਟੇ IBRD, ਵੱਡੀ I, ਵੱਡਾ B, ਵੱਡੀ R, ਵੱਡਾ D, IBRD। पहले ਇਹਦੀ फुल फॉर्म लिखो, अंतरराष्ट्रीय, सॉरी पहले इंग्लिश लिखो, इंटरनेशनल बैंक फॉर रिकंस्ट्रक्शन एंड डेवलपमेंट, इंटरनेशनल बैंक फॉर रिकंस्ट्रक्शन एंड डेवलपमेंट।
IBRD अंतरराष्ट्रीय बैंक ਆਪਾਂ ਕੀ ਕਵਾਂਗੇ ਰੀਕਨਸਟਰਕਸ਼ਨ ਮੈਨੇ ਪੁਨਰਵਿਕਾਸ बैंक ਪੁਨਰਵਿਕਾਸ ਅਤੇ ਵਿਕਾਸ ਪੁਨਰਨਿਰਮਾਣ ਅਤੇ ਵਿਕਾਸ ਬੈਂਕ ਪੁਨਰਨਿਰਮਾਣ ਅਤੇ ਵਿਕਾਸ ਬੈਂਕ IBRD ਇਹ ਵੀ ਬੇਟਾ ਇੱਕ ਇਕਨੋਮਿਕ ਇੰਸਟੀਟਿਊਸ਼ਨ ਹੈ ਇਹਦਾ ਕੰਮ ਵੀ ਹੈ ਇਹਦਾ ਦੇਖੋ ਨਾਲ ਹੀ ਲਿਖਿਆ ਹੋਇਆ ਕਿ ਬੈਂਕ ਹੈ ਕਿਹੜਾ ਬੈਂਕ ਹੈ ਜਿਹਨੇ ਕਦ ਲਈ ਕਰਜ਼ੇ ਦੇਣੇ ਨੇ ਕਦ ਲਈ ਧਨ ਦੇਣਾ ਹੈ ਜਿਹਨੇ ਆਪਣਾ ਵਿਕਾਸ ਕਰਨਾ ਹੈ ਜੇ ਦੇਸ਼ਾਂ ਨੇ ਪੁਨਰ ਨਿਰਮਾਣ ਦਾ ਕੰਮ ਕਰਨਾ ਹੈ ਤਾਂ ਗਰੀਬ ਦੇ ਲਈ ਲੋੜਵੰਦ ਦੇਸ਼ ਜਿਨ੍ਹਾਂ ਨੂੰ ਵਿਚਾਰੇ ਜਿਨ੍ਹਾਂ ਕੋਲ ਧਨ ਦੀ ਕਮੀ ਹੈ ਉਹ ਇਹਨਾਂ ਤੋਂ ਦੋ ਇੰਸਟੀਟਿਊਸ਼ਨ ਤੋਂ IBRD ਅਤੇ IMF ਤੋਂ ਆਪਣੇ ਕਰਜ਼ੇ ਲੈ ਸਕਦੇ ਆ ਲੋਨ ਲੈ ਸਕਦੇ ਆ ਧਨ ਲੈ ਸਕਦੇ ਆ ਅਤੇ ਆਪਣੇ ਕੰਮ ਕਰ ਸਕਦੇ ਆ ਅਸੀਂ ਬੈਂਕ ਦਾ ਲੋਨ ਵਾਪਸ ਕਰਦੇ ਆ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਦੇਸ਼ ਨੇ ਥੋੜਾ ਥੋੜਾ ਕਰਕੇ ਇਹ ਲੋਨ ਵਾਪਸ ਕਰ ਸਕਦੇ ਆ ਕਰਜ਼ੇ ਵਾਪਸ ਕਰ ਸਕਦੇ ਆ ਠੀਕ ਹੈ ਜੀ ਇੱਕ ਹੋਰ ਲਿਖ ਲਓ ਬੇਟੇ UPU यूनियन पोस्टल यूनियन यूनिवर्सल पोस्टल यूनियन विश्व पोस्टल संघ ਇਹ ਪੋਸਟਲ ਦਾ ਕੀ ਹੈ ਕਿ ਜਿੰਨੀ ਆਪਣੀ ਪੋਸਟ ਡਾਕ ਤਾਰ ਇਹਦੇ ਨਾਲ ਰਿਲੇਟਡ ਜਿੰਨੀਆਂ ਸੁਵਿਧਾਵਾਂ ਦੇਣੀਆਂ ਉਹ ਹੈ ਬੇਟੇ ਯੂਐਨਓ ਦੀ ਜਿਹੜੀ ਏਜੰਸੀਜ਼ ਨੇ ਯਾਦ ਰੱਖਿਓ ਕੋਈ ਇੱਕ ਅੱਧੀ ਏਜੰਸੀ ਨਹੀਂ ਹੈ ਬੇਟੇ ਬਹੁਤ ਜ਼ਿਆਦਾ ਏਜੰਸੀਜ਼ ਹੈ ਇੱਕ ਲਿਖ ਲਓ UNICEF UNICEF United Nations Children Emergency Fund United Nations Children's Emergency Fund ਸੰਯੁਕਤ ਰਾਸ਼ਟਰ ਦੇ ਬੱਚਿਆਂ ਦੇ ਲਈ ਤਤਕਾਲ ਫੰਡ UNICEF ਬਹੁਤ ਵੱਡੀ ਆਰਗੇਨਾਈਜੇਸ਼ਨ ਹੈ UNICEF ਦਾ ਮੁੱਖ ਕੰਮ ਕੀ ਹੈ ਬੱਚਿਆਂ ਦੇ ਲਈ ਫੰਡ ਕ੍ਰੀਏਟ ਕਰਨਾ ਕਿਹੜੇ ਬੱਚੇ ਕੋਈ ਵੀ ਛੋਟੇ ਉਮਰ ਦੇ ਬੱਚੇ ਤੁਹਾਡੇ ਯੰਗ ਬੱਚੇ ਜਿਹੜੇ ਬੱਚਿਆਂ ਨੂੰ ਲੋੜ ਹੈ ਦੇਖੋ ਬੱਚੇ ਦੁਨੀਆ 'ਚ ਅਨਾਥ ਬੱਚੇ ਵੀ ਬਹੁਤ ਨੇ ਗਰੀਬ ਬੱਚੇ ਵੀ ਬਹੁਤ ਨੇ ਕਈ ਵਾਰੀ ਕੀ ਹੁੰਦਾ ਹੈ ਮਹਾਮਾਰੀ ਫੈਲ ਜਾਂਦੀ ਹੈ ਮਾਂ-ਪਿਓ ਮਰ ਜਾਂਦੇ ਹੁਣ ਕਰੋਨਾ 'ਚ ਕਈ ਬੱਚੇ ਨੇ ਸੰਸਾਰ ਭਰ 'ਚ ਲੱਖਾਂ ਦੀ ਗਿਣਤੀ 'ਚ ਬੱਚੇ ਹੋਣਗੇ ਜਿਨ੍ਹਾਂ ਦੇ ਮਾਂ-ਪਿਓ ਦੋਨੋਂ ਮਰ ਗਏ ਯੁੱਧ ਹੁੰਦਾ ਹੈ ਯੁੱਧ ਵਿੱਚ ਬੱਚਿਆਂ ਦੇ ਮਾਂ-ਪਿਓ ਮਰ ਜਾਂਦੇ ਆ ਬਿਮਾਰੀਆਂ ਫੈਲਦੀਆਂ ਬਿਮਾਰੀਆਂ 'ਚ ਮਰ ਸਕਦੇ ਆ ਸੋ ਇਦਾਂ ਦੀਆਂ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਅਜਿਹੇ ਬੱਚਿਆਂ ਦਾ ਦੇਖ ਰੇਖ ਕਰਦੀਆਂ ਤੁਸੀਂ ਕਈ ਵਾਰ ਟੀਵੀ 'ਚ ਐਡ ਵਗੈਰਾ ਵੀ ਦੇਖਦੇ ਹੋਣੇ ਕਈ ਵਾਰੀ ਕੀ ਹੁੰਦਾ ਬੱਚਿਆਂ ਦੀ ਅੱਖਾਂ ਦੇ ਕੈਂਪ ਲੱਗਦੇ ਨੇ ਕਹਿੰਦੇ ਆ ਵੀ ਜਿਹੜੇ ਬੱਚੇ ਦੇਖ ਨਹੀਂ ਸਕਦੇ ਉਹਨਾਂ ਦਾ ਇਲਾਜ ਕਰਾਉਣਾ ਕਦੇ ਇਹਨਾਂ ਬੱਚਿਆਂ ਦੀ ਕਿਡਨੀਜ਼ ਖਰਾਬ ਨੇ ਕੈਂਸਰ ਦੇ ਵੱਡੇ ਵੱਡੇ ਹਸਪੀਟਲ ਠੀਕ ਹੈ ਸੋ ਜੇ ਤਾਂ ਜੀ ਕਿਸੇ ਕੋਲ ਪੈਸਾ ਹੈ ਫਿਰ ਤਾਂ ਉਹ ਕਰਾ ਲਊਗਾ ਅਦਰਵਾਈਜ਼ ਬੇਟੇ ਦੁਨੀਆ ਦੇ ਵਿੱਚ ਇੱਕ ਗੱਲ ਮੇਰੀ ਯਾਦ ਰੱਖਿਓ ਮੈਂ ਤੁਹਾਨੂੰ ਸਿੱਧਾ ਜਿਹਾ ਗੱਲ ਦੱਸਣ ਲੱਗੀ ਹਾਂ ਕਿ ਦੁਨੀਆ ਵਿੱਚ ਚੰਗੇ ਬੰਦੇ ਵੀ ਬਹੁਤ ਨੇ ਤੇ ਮਾੜੇ ਵੀ ਬਹੁਤ ਨੇ ਠੀਕ ਹੈ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ ਦੁਨੀਆ ਵਿੱਚ ਪਾਪ ਕਰਨ ਵਾਲੇ ਵੀ ਬਹੁਤ ਹੁੰਦੇ ਆ ਤੇ ਪੁੰਨ ਕਰਨ ਵਾਲੇ ਵੀ ਬਹੁਤ ਨੇ ਠੀਕ ਹੈ ਲੁੱਟਣ ਵਾਲੇ ਵੀ ਬਹੁਤ ਨੇ ਤੇ ਦਾਨ ਕਰਨ ਵਾਲੇ ਭਲਾ ਕਰਨ ਵਾਲੇ ਵੀ ਬਹੁਤ ਨੇ ਜੇ ਦੁਨੀਆ 'ਚ ਸਭ ਕੁਝ ਬੁਰਾ ਹੀ ਰਹਿ ਜਾਏਗਾ ਬੁਰਾ ਪਾਪੀ ਠੀਕ ਹੈ ਵੀ ਸਾਰੀ ਦੁਨੀਆ ਬੁਰੀ ਹੋ ਗਈ ਨਾ ਫਿਰ ਦੁਨੀਆ ਖਤਮ ਹੋ ਜਾਣਾ ਜੇ ਦੁਨੀਆ ਖੜੀ ਹੈ ਤਾਂ ਫਿਰ ਬੜੀ ਚੰਗੇ ਬੰਦਿਆਂ ਕਰਕੇ ਖੜੀ ਹੈ ਹਮੇਸ਼ਾ ਯਾਦ ਰੱਖਿਓ ਜਿੱਥੇ ਸਾਡੇ ਇੱਕ ਪਾਸੇ ਰਾਜਨੀਤੀ ਵਾਲੇ ਨੇ ਜਿਹੜੇ ਨੇ ਇਹ ਲੋਕਾਂ ਦੇ ਆਟਾ ਸਕੀਮ 'ਚੋਂ ਵੀ ਪੈਸਾ ਖਾ ਜਾਂਦੇ ਨੇ ਬੱਚਿਆਂ ਦੇ ਪੈਸਿਆਂ 'ਚੋਂ ਵੀ ਖਾ ਜਾਂਦੇ ਨੇ ਕੈਂਸਰ ਵਰਗੀ ਬਿਮਾਰੀਆਂ ਦੇ ਵਿੱਚੋਂ ਫੰਡ 'ਚੋਂ ਵੀ ਪੈਸਾ ਖਾ ਜਾਂਦੇ ਨੇ ਖਾਣ ਵਾਲਿਆਂ ਨੇ ਕਰੋਨਾ ਵਿੱਚੋਂ ਵੀ ਲੱਖਾਂ ਲੋਕਾਂ ਨੂੰ ਦਾ ਪੈਸਾ ਖਾ ਲਿਆ ਸੋ ਮਾੜੇ ਬੰਦੇ ਵੀ ਬੈਠੇ ਨੇ ਪਰ ਦੁਨੀਆ ਵਿੱਚ ਭਲਾ ਕਰਨ ਵਾਲੀਆਂ ਏਜੰਸੀਆਂ ਵੀ ਬਹੁਤ ਨੇ ਜਿਹੜੀਆਂ ਕਿ ਪੂਰੇ ਸਾਰੇ ਸੰਸਾਰ ਭਰ ਦੇ ਦੇਸ਼ਾਂ ਵਿੱਚ ਵੀ ਬਣੀਆਂ ਹੋਈਆਂ ਸੰਸਾਰ 'ਚ ਵੀ ਬਣੀਆਂ ਹੋਈਆਂ ਸੋ ਬਹੁਤ ਜਿਹੜੀ ਸਾਡੀ ਆਪਣੀ ਪ੍ਰਿਯੰਕਾ ਚੋਪੜਾ ਹੈ ਹੀਰੋਇਨ ਇਹ ਵੀ UNICEF ਦੇ ਮੈਂਬਰ ਹੈ ਸੋ ਇਹ ਜਿੰਨੀਆਂ ਏਜੰਸੀਜ਼ ਵੀ ਹੈਗੀਆਂ ਨੇ ਜਿਹੜੀਆਂ ਕਿ ਸੰਸਾਰ ਦੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਜਿਹੜੇ ਦੇਸ਼ਾਂ 'ਚ ਗਰੀਬ ਲੋਕ ਨੇ ਪਿਛੜੇ ਹੋਏ ਲੋਕ ਨੇ
ਬੇਰੁਜ਼ਗਾਰ ਲੋਕ ਹੈ, ਭੁੱਖਮਰੀ ਦੀ ਹਾਲਤ ਹੈ, ਬਿਮਾਰੀ ਦੀ ਹਾਲਤ ਹੈ, ਜਾਂ ਉਹ ਕਿਸੇ ਵੀ ਪੱਖੋਂ ਬਹੁਤ ਮੁਸ਼ਕਲ ਵਿੱਚ ਨੇ। ਸੋ ਉਹਨਾਂ ਦੀ ਹੈਲਪ ਦੇ ਲਈ ਇਹ ਜਿਹੇ ਸੰਗਠਨ ਦੁਨੀਆ ਵਿੱਚ ਬਣੇ ਹੋਏ ਨੇ। ਸੋ ਇਹ ਵੀ ਇੱਕ ਯੂਨੀਸੈਫ ਜਿਹੜੀ ਹੈ, ਇਹ ਵੀ ਇੱਕ UN ਦੀ ਏਜੰਸੀ ਹੈ। ਹੁਣ ਮੈਂ ਤੁਹਾਨੂੰ ਕਾਫੀ ਏਜੰਸੀਜ਼ ਦੱਸਦੀਆਂ। ਇਸ ਤੋਂ ਇਲਾਵਾ ਬੜੇ ਪਰਮਾਣੂ ਹਥਿਆਰਾਂ ਨੂੰ ਰੋਕਣ ਲਈ ਏਜੰਸੀਆਂ ਬਣੀਆਂ ਹੋਈਆਂ ਨੇ, ਵਾਤਾਵਰਣ ਦੇ ਸੁਧਾਰ ਦੇ ਲਈ ਏਜੰਸੀਜ਼ ਬਣੀਆਂ ਹੋਈਆਂ ਨੇ, ਠੀਕ ਹੈ, ਭੂਮੀ ਦੇ ਸੁਧਾਰ ਦੇ ਲਈ ਬਣੀਆਂ ਹੋਈਆਂ ਨੇ, ਠੀਕ ਹੈ। ਤੇ ਅਲੱਗ-ਅਲੱਗ ਏਜੰਸੀਜ਼ ਬੇਟੇ ਦੁਨੀਆ ਦੇ ਵਿੱਚ ਅਲੱਗ-ਅਲੱਗ ਕੰਮਾਂ ਦੇ ਲਈ ਅਲੱਗ-ਅਲੱਗ ਏਜੰਸੀਜ਼ ਬਣੀਆਂ ਹੋਈਆਂ ਨੇ। ਸੋ ਇਹ ਜਿਹੜੀਆਂ ਏਜੰਸੀਜ਼ ਨੇ, ਇਹ ਵੀ ਤੁਸੀਂ ਸਾਰੀਆਂ ਆਪਣੀ ਜੇ ਤੁਸੀਂ ਨੈਟ ਦੇ ਉੱਤੋਂ ਸਰਚ ਕਰੋਗੇ, ਜਿਹੜੇ ਬੱਚੇ ਮਤਲਬ ਜਿਨ੍ਹਾਂ ਨੂੰ ਗਿਆਨ ਦਾ ਭੰਡਾਰ ਹੈ, ਨੈਟ ਦੇ ਉੱਤੇ ਜੇ ਤੁਸੀਂ ਸਰਚ ਕਰੋਗੇ ਤਾਂ ਤੁਸੀਂ ਇਹ ਦੇਖੋਗੇ ਬਹੁਤ ਏਜੰਸੀਜ਼ ਏਦਾਂ ਦੀਆਂ ਬੇਟੇ, ਜਿਹੜੀਆਂ ਕਿ ਦੁਨੀਆ ਭਰ ਦੇ ਵਿੱਚ ਬੜੇ ਵਧੀਆ ਕੰਮ ਕਰ ਰਹੀਆਂ ਨੇ। ਬਹੁਤ ਲੋਕ, ਜਿਵੇਂ ਆਪਾਂ ਖਾਲਸਾ ਏਡ ਵਾਲਿਆਂ ਦਾ ਤੁਸੀਂ ਨਾਂ ਸੁਣਿਆ, ਉਹ ਤੁਸੀਂ ਦੇਖੋ ਕਿਸੇ ਵੀ ਦੇਸ਼ ਦੇ ਵਿੱਚ, ਚਾਹੇ ਲੈਬਨਾਨ ਹੋਵੇ, ਕੋਈ ਮੁਸਲਿਮ ਕੰਟਰੀ ਹੈ, ਕੋਈ ਯੂਰਪੀਅਨ ਕੰਟਰੀ ਹੈ, ਕੋਈ ਪਿਛੜਾ ਹੋਇਆ ਦੇਸ਼ ਹੈ, ਕੋਈ ਏਸ਼ੀਆ ਦਾ, ਅਫਰੀਕਾ ਦਾ, ਜਿੱਥੇ ਲੋੜ ਪੈਂਦੀ ਹੈ ਉਹ ਭੋਜਨ ਦੀ ਲੋੜ ਹੈ, ਭੋਜਨ ਲੈ ਕੇ ਜਾਂਦੇ ਨੇ, ਆਕਸੀਜਨ ਦੀ ਲੋੜ ਹੈ, ਆਕਸੀਜਨ ਲੈ ਕੇ ਜਾਂਦੇ ਨੇ, ਖਾਣੇ ਦੀ ਲੋੜ ਹੈ, ਖਾਣਾ ਲੈ ਕੇ ਗਏ, ਦਵਾਈਆਂ ਦੀ ਲੋੜ ਹੈ, ਦਵਾਈਆਂ ਲੈ ਕੇ ਗਏ। ਸੋ ਬੱਚੇ ਏਦਾਂ ਦੀਆਂ ਯਾਦ ਰੱਖਣਾ ਹੈ। ਆਪਾਂ ਹੁਣ ਇਸ ਲੈਸਨ ਦੇ ਵਿੱਚ ਆਪਾਂ ਸਿਰਫ ਕਿਹਦੀ ਗੱਲ ਕਰ ਰਹੇ ਹਾਂ? ਅੰਤਰਰਾਸ਼ਟਰੀ ਏਜੰਸੀਜ਼ ਦੀ, UNO ਦੀ ਏਜੰਸੀਜ਼ ਦੀ, ਕਿਉਂਕਿ UNO ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿਸੇ ਇੱਕ ਦੇਸ਼ ਨਾਲ ਸੰਬੰਧਿਤ ਨਹੀਂ ਹੈ, ਬਲਕਿ ਸੰਸਾਰ ਭਰ ਦੇ ਦੇਸ਼ਾਂ ਨਾਲ 193 ਦੇਸ਼ਾਂ ਦੀ ਇਹ ਸੰਸਥਾ ਹੈ। ਸੋ ਇਸ ਸੰਸਥਾ ਦੇ ਵਿੱਚ ਵੀ ਕਈ ਏਜੰਸੀਆਂ ਹਨ ਜਿਨ੍ਹਾਂ ਦਾ ਕੰਮ ਵਾਤਾਵਰਣ ਦਾ ਸੁਧਾਰ ਕਰਨਾ। ਇੱਕ ਹੋਰ ਮੈਂ ਤੁਹਾਨੂੰ ਇੱਥੇ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਆਪਾਂ ਡੇਜ਼ ਮਨਾਉਂਦੇ ਆ, ਅੱਜ ਗਰਲ ਚਾਈਲਡ ਡੇ ਮਨਾਉਂਦੇ ਆ ਜੀ, ਮਦਰ ਡੇ ਮਨਾਉਂਦੇ ਹੋ ਤੁਸੀਂ, ਵਾਤਾਵਰਣ ਦਿਵਸ ਮਨਾਉਂਦੇ ਹੋ, ਧਰਤੀ ਦਿਵਸ ਮਨਾਉਂਦੇ ਹੋ, ਠੀਕ ਹੈ, ਬੜੀ ਬੜੀ ਤਰ੍ਹਾਂ ਦੇ ਜਿਹੜੇ ਤੁਸੀਂ ਦਿਨ ਮਨਾਉਂਦੇ ਹੋ। ਇਹ ਤੁਹਾਨੂੰ ਅੱਗੇ ਨਹੀਂ ਸੀ ਆਪਾਂ ਮਨਾਉਂਦੇ, ਹੁਣ ਆਪਾਂ ਮਨਾਉਂਦੇ ਹਾਂ। ਇਹ ਕੀ ਹੈ? ਇਹ ਸਭ UNO ਵੱਲੋਂ ਆ ਰਿਹਾ, ਇਹ ਸਭ UNO ਵੱਲੋਂ ਆ ਰਿਹਾ। ਹੁਣ ਕਈ ਜਿੰਨਾ ਸੰਸਾਰ ਦੇ ਵਿੱਚ ਕਰੋਨਾ ਫੈਲਿਆ, ਉਹ ਕਰੋਨਾ ਦੇ ਲਈ ਜਿੰਨਾ ਪੈਸਾ ਆਇਆ, ਹੁਣ ਤੁਹਾਨੂੰ ਕੀ ਲੱਗਦਾ? ਦਵਾਈਆਂ ਦੇ ਖਰਚੇ, ਹਸਪਤਾਲਾਂ ਦੇ ਖਰਚੇ, ਜਿੰਨਾ ਪੈਸਾ ਆਇਆ, ਪਹਿਲਾਂ ਤਾਂ ਕਰੋਨਾ ਦੇ ਮਰੀਜ਼ਾਂ ਨੂੰ ਵੀ ਪੈਸਾ ਮਿਲਦਾ ਰਿਹਾ, ਜਾਂ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ, ਇਹ ਸਾਰਾ ਪੈਸਾ ਕਿੱਥੋਂ ਆ ਰਿਹਾ? UNO ਵੱਲੋਂ ਆ ਰਿਹਾ। ਇਸ ਕਰਕੇ ਇਹ ਜਿਹੜੀ ਏਜੰਸੀਜ਼ ਨੇ, ਇਹ ਤੁਸੀਂ ਯਾਦ ਰੱਖਣੀਆਂ ਹੈ। ਇਹ ਤੁਹਾਡੀ ਜਨਰਲ ਨੌਲੇਜ ਦੇ ਲਈ, ਹੁਣ ਕੱਲ ਨੂੰ ਕੋਈ ਯੂਨੀਸੈਫ ਦੀ ਗੱਲ ਕਰ ਰਿਹਾ, UNESCO ਦੀ ਗੱਲ ਕਰ ਰਿਹਾ, WHO ਦੀ ਗੱਲ ਕਰ ਰਿਹਾ, ਤਾਂ ਤੁਹਾਨੂੰ ਇੱਕਦਮ ਇਹ ਪਤਾ ਲੱਗ ਜਾਏਗਾ ਕਿ ਅੱਛਾ ਇਹ ਤਾਂ ਨਾਮ ਮੈਂ ਸੁਣਿਆ ਹੋਇਆ, ਇਹ UNO ਦੀ ਏਜੰਸੀ ਹੈ। ਤੇ UNO ਦੀ ਇਹ UNO ਦੀ ਏਜੰਸੀ ਹੈ। ਇਹਦਾ ਕੰਮ ਕੀ ਹੈ UNO ਦੀ ਏਜੰਸੀ ਦਾ? ਕਿ ਲੋਕਾਂ ਦਾ ਭਲਾ ਕਰਨਾ, ਲੋਕਾਂ ਦਾ ਵਿਕਾਸ ਕਰਨਾ, ਠੀਕ ਹੈ। ਇਸ ਕਰਕੇ ਇਹ ਸਭ ਨੂੰ ਤੁਸੀਂ ਜਨਰਲ ਨੌਲੇਜ ਦੇ ਲਈ ਵੀ ਬੇਟੇ ਯਾਦ ਰੱਖਣਾ ਹੈ, ਤੇ ਵੈਸੇ ਵੀ ਤੁਸੀਂ ਆਪਣੀ ਨੌਲੇਜ ਦੇ ਲਈ ਇਹ ਸਾਰਿਆਂ ਨੂੰ ਯਾਦ ਰੱਖਣਾ ਹੈ। ਮੈਂ ਦੇਖੋ ਬਾਰ-ਬਾਰ ਜਦੋਂ ਵੀ ਮੈਂ ਕਲਾਸ ਲੈਂਦੀ ਹਾਂ ਤਾਂ ਮੈਂ ਕਲਾਸ ਦੇ ਵਿੱਚ ਇੱਕ ਗੱਲ ਬੱਚਿਆਂ ਨੂੰ ਸਭ ਨੂੰ ਜ਼ਰੂਰ ਗੱਲ ਵੀ ਕਹਿੰਦੀ ਹੈ ਕਿ ਜਦੋਂ ਤੁਸੀਂ ਪੜ੍ਹਨਾ ਹੈ ਬੇਟੇ, ਤੁਸੀਂ ਇਕੱਲੇ ਨੰਬਰਾਂ ਲਈ ਨਹੀਂ ਪੜ੍ਹਨਾ, ਪੇਪਰਾਂ ਲਈ ਨਹੀਂ ਪੜ੍ਹਨਾ, ਹਮੇਸ਼ਾ ਨੌਲੇਜ ਲਈ ਪੜ੍ਹਨਾ ਹੈ, ਆਪਣੇ ਆਪ ਨੂੰ ਅਪਡੇਟ ਕਰਨ ਲਈ ਪੜ੍ਹਨਾ ਹੈ, ਆਪਣੇ ਵਿਕਾਸ ਦੇ ਲਈ ਪੜ੍ਹਨਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਅਪਡੇਟ ਕਰਨ ਲਈ, ਆਪਣੇ ਵਿਕਾਸ ਦੇ ਲਈ ਪੜ੍ਹੋਗੇ ਤਾਂ ਹੀ ਤੁਹਾਡਾ ਕੋਈ ਫਾਇਦਾ ਹੈ, ਅਦਰਵਾਈਜ਼ ਤੁਹਾਡਾ ਕੋਈ ਫਾਇਦਾ ਨਹੀਂ, ਠੀਕ ਹੈ। ਤੇ ਇਸ ਕਰਕੇ ਇਸ ਚੀਜ਼ ਨੂੰ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਹੈ। ਹੁਣ ਤੁਸੀਂ ਇਹ ਦੱਸੋ ਵੀ UNO ਦੀਆਂ ਏਜੰਸੀਜ਼ ਹੁਣ ਤੁਹਾਨੂੰ ਸਮਝ ਆ ਗਈਆਂ ਕਿ ਨਹੀਂ ਆ ਗਈਆਂ? ਆ ਗਈਆਂ ਹਾਂਜੀ ਜੀ, ਦੱਸੋ। ਬਿਲਕੁਲ ਆ ਗਈਆਂ ਜੀ। ਬਿਲਕੁਲ ਨੋਟ ਕਰ ਲਈਆਂ ਸਾਰੀਆਂ। ਹਾਂਜੀ ਏਦਾਂ ਜੀ। ਕਰਿਓ ਅੱਜ ਨਾ, ਹਾਂ ਗੂਗਲ ਦੇ ਉੱਤੇ ਟਾਈਪ ਕਰਿਓ ਏਜੰਸੀਜ਼ ਆਫ UNO, ਕਿਉਂਕਿ ਅੰਗ ਤਾਂ 6 ਹੀ ਨੇ, ਠੀਕ ਹੈ। ਏਜੰਸੀਜ਼ ਆਫ UNO ਟਾਈਪ ਕਰਕੇ ਦੇਖਿਓ ਤਾਂ ਤੁਸੀਂ ਦੇਖਿਓ ਉੱਥੇ ਘੱਟੋ ਘੱਟ ਤੁਹਾਨੂੰ 20-22 ਏਜੰਸੀਜ਼ ਹੋਰ ਦਿਖਣਗੀਆਂ। ਸੋ ਤੁਸੀਂ ਇਹ 20-22 ਏਜੰਸੀਜ਼ ਜੇ ਦਿਖਣਗੀਆਂ ਤਾਂ ਇਹਦਾ ਤੁਸੀਂ ਯਾਦ ਰੱਖਣਾ ਹੈ ਕਿ ਇਹ ਸਾਰੀਆਂ ਏਜੰਸੀਜ਼ ਮਤਲਬ ਤੁਹਾਨੂੰ ਪਤਾ ਲੱਗੇਗਾ ਕਿ ਇਹ ਏਜੰਸੀ ਕਿੱਧਰਲੇ ਕੰਮ ਕਰ ਰਹੀ ਹੈ, ਇਹ ਏਜੰਸੀ ਕਾਹਦੇ ਲਈ ਕੰਮ ਕਰ ਰਹੀ ਹੈ, ਇਹ ਏਜੰਸੀ ਕਾਹਦੇ ਲਈ ਕੰਮ ਕਰ ਰਹੀ ਹੈ, ਠੀਕ ਹੈ। ਸੋ ਇਹ ਚੀਜ਼ ਜਿੰਨੀਆਂ ਏਜੰਸੀਜ਼ ਤੁਸੀਂ ਦੇਖ ਸਕਦੇ ਹੋ ਉਨੀਆਂ ਤੁਸੀਂ ਦੇਖਣਾ ਤੇ ਉਹਨਾਂ ਤੁਸੀਂ ਉਹ ਕਰਨਾ, ਠੀਕ ਹੈ। ਇੱਕ ਮਿੰਟ ਬੇਟੇ, ਇੱਕ ਮਿੰਟ ਕੋਈ ਕਰ ਲਓ, ਮੈਂ ਮੈਡਮ ਬੁਲਾ ਕੇ ਬਾਅਦ ਚ ਇੱਕ ਮਿੰਟ। ਜਦ ਸਾਰੇ ਜਿਹੜੇ ਸ਼ੌਂਕ ਨਾਲ ਕਰਿਆ ਕਰੋ। ਇੱਕ ਬੱਚੇ ਮੈਂ ਤੁਹਾਨੂੰ ਦੱਸਣਾ ਹੈ ਵੀ ਕੱਲ ਅਤੇ ਪਰਸੋਂ 26 ਤੇ 27 ਨੂੰ ਮੈਂ ਨਹੀਂ ਆ ਇੱਥੇ,
ਤੇ ਮੈਂ ਕਲਾਸ ਨਹੀਂ ਲਵਾਂਗੀ। 26-27 ਨੂੰ ਕਲਾਸ ਨਹੀਂ ਲੱਗੇਗੀ। ਹੁਣ ਅੱਗੇ UNO ਦੀਆਂ ਏਜੰਸੀਜ਼ ਹੋ ਗਈਆਂ। ਹੁਣ ਅੱਗੇ ਆਪਾਂ ਅਗਲਾ ਅਸੀਂ ਕਰਾਂਗੇ ਭਾਰਤ ਦਾ UNO ਵਿੱਚ ਭੂਮਿਕਾ, ਰੋਲ ਆਫ ਇੰਡੀਆ ਇਨ UNO। ਵੱਡਾ ਹੈਡਿੰਗ ਦੇ ਦਿਓ, ਰੋਲ ਆਫ UNO, ਰੋਲ ਆਫ ਇੰਡੀਆ ਇਨ UNO। ਭਾਰਤ ਦੀ ਸੰਯੁਕਤ ਰਾਸ਼ਟਰ ਸੰਘ ਵਿੱਚ ਭੂਮਿਕਾ, ਭਾਰਤ ਦੀ ਸੰਯੁਕਤ ਰਾਸ਼ਟਰ ਸੰਘ ਵਿੱਚ ਭੂਮਿਕਾ, ਜਿਹੜਾ ਸਾਡਾ ਅਸਲੀ ਟੌਪਿਕ ਹੈ। ਮੈਨੂੰ ਕੋਈ ਬੱਚਾ ਟਾਈਮ ਦੱਸ ਸਕਦਾ? 11-17 11-17 ਚਲੋ ਠੀਕ ਹੈ। ਅੱਜ ਕੋਈ ਸਾਡੀ ਬੇਟੇ ਮੀਟਿੰਗ ਹੈ, ਉਸ ਸੰਬੰਧ ਦੇ ਵਿੱਚ ਵੀ ਮੈਡਮ ਕੋਲ ਜਾਣਾ ਹੈ। ਸੋ ਅੱਜ ਤੁਹਾਡਾ ਵੋਟਰ ਡੇ ਵੀ ਹੈ। 25 ਜਨਵਰੀ ਨੂੰ ਵੋਟਰ ਦਿਵਸ ਵੀ ਹੁੰਦਾ ਹੈ। ਸੋ 25 ਜਨਵਰੀ ਨੂੰ ਜਦੋਂ ਵੋਟਰ ਦਿਵਸ ਆਪਾਂ ਮਨਾਉਂਦੇ ਹਾਂ ਤਾਂ ਉਹਦੇ ਵਿੱਚ ਵੀ ਤੁਹਾਨੂੰ, ਤੁਸੀਂ ਪੋਲੀਟੀਕਲ ਸਾਇੰਸ ਦੇ ਬੱਚੇ ਹੋ, ਤੁਹਾਨੂੰ ਵੋਟਰ ਦਿਵਸ ਦਾ ਵੀ ਪਤਾ ਹੋਣਾ ਚਾਹੀਦਾ ਹੈ। ਠੀਕ ਹੈ। ਸੋ ਜਿਹੜੇ ਬੱਚਿਆਂ ਦੇ ਤੁਹਾਡੇ ਚੋਂ ਵੋਟ, ਇੱਕ ਕੋਈ ਬੱਚਾ ਪਲੀਜ਼ ਸਕਰੀਨਸ਼ਾਟ ਲੈ ਕੇ ਵੀ ਮੈਨੂੰ ਭੇਜ ਦੇਵੇ। ਠੀਕ ਹੈ, ਹੁਣੇ ਕਲਾਸ ਤੋਂ ਬਾਅਦ ਇਮੀਡੀਏਟਲੀ ਭੇਜ ਦੇ। ਸੋ ਤੁਸੀਂ ਜਿਨ੍ਹਾਂ ਬੱਚਿਆਂ ਨੇ ਆਪਣੀ ਵੋਟ ਬਣਵਾ ਲਈ ਹੈ, ਅੱਛੀ ਗੱਲ ਹੈ। ਜੇ ਕਿਸੇ ਦੀ ਹਜੇ ਵੀ ਵੋਟ ਨਹੀਂ ਬਣੀ ਤਾਂ ਚਲੋ ਮੈਨੂੰ ਲੱਗਦਾ ਹੁਣ ਇਹਨਾਂ ਇਲੈਕਸ਼ਨ ਲਈ ਤਾਂ ਸ਼ਾਇਦ ਹੁਣ ਬਣੇਗੀ ਵੀ ਨਹੀਂ, ਬਟ ਜੇ ਤੁਹਾਡੀ ਵੋਟ ਬਣੀ ਹੈ ਤਾਂ ਤੁਸੀਂ ਆਪਣੀ ਇਸ ਵੋਟ ਦੀ ਵੈਲਿਊ ਨੂੰ ਪਛਾਣਨਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਵੋਟ ਪਾਓ, ਸੋਚ ਸਮਝ ਕੇ ਪਾਓ। ਪੈਸਾ, ਲਾਲਚ ਜਾਂ ਕਿਸੇ ਦੇ ਦਬਾਅ ਚ ਆ ਕੇ ਜਾਂ ਕਿਸੇ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦੇਖਦੇ ਹੋਏ, ਆਪਣੇ ਧਰਮ ਦੇ ਬੰਦੇ ਨੂੰ ਦੇਖਦੇ ਹੋਏ, ਆਪਣੇ ਜਾਤ ਦੇ ਬੰਦੇ ਨੂੰ ਦੇਖਦੇ ਹੋਏ ਵੋਟ ਨਾ ਪਾਓ, ਬਲਕਿ ਇਹ ਦੇਖ ਕੇ ਵੋਟ ਪਾਓ ਕਿ ਕਿਹੜੀ ਸਰਕਾਰ ਆਵੇ ਤਾਂ ਜੋ ਉਹ ਲੋਕਾਂ ਦੇ ਵਿਕਾਸ ਲਈ ਕੰਮ ਕਰੇ, ਜਾਂ ਕਿਹੜਾ ਕੈਂਡੀਡੇਟ ਪੜ੍ਹਿਆ ਲਿਖਿਆ ਹੈ, ਕਿਹੜਾ ਸੂਝਵਾਨ ਹੈ। ਇਹਨਾਂ ਸਾਰੀਆਂ ਚੰਗੀਆਂ ਚੰਗੀਆਂ ਅਸੀਂ ਵੋਟਿੰਗ ਬਿਹੇਵੀਅਰ ਕੀਤਾ ਸੀ। ਯਾਦ ਹੈ ਤੁਹਾਨੂੰ ਵੋਟਿੰਗ ਬਿਹੇਵੀਅਰ ਕੀਤਾ ਸੀ ਮਤਦਾਨ ਵਿਹਾਰ, ਕਿ ਜਦੋਂ ਕੋਈ ਬੰਦਾ ਵੋਟ ਪਾਉਣ ਜਾਂਦਾ ਤਾਂ ਕਿਹੜੀਆਂ ਗੱਲਾਂ ਪ੍ਰਭਾਵਿਤ ਹੋ ਕੇ ਵੋਟ ਪਾਉਂਦਾ। ਹਾਂ, ਸੋ ਵੋਟ ਪਾਉਣ ਲਈ ਚੰਗੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤੁਸੀਂ ਅੱਜ ਵੋਟਰ ਡੇ ਦੇ ਉੱਤੇ ਵੀ ਕੋਸ਼ਿਸ਼ ਕਰਨੀ ਹੈ। ਇਸੇ ਕਰਕੇ ਮੈਂ ਤੁਹਾਨੂੰ ਪੋਸਟਰਸ ਪਾਉਣ ਨੂੰ ਵੀ ਕਿਹਾ ਸੀ। ਸੋ ਵੋਟਰ ਡੇ ਦੇ ਉੱਤੇ ਕੋਸ਼ਿਸ਼ ਕਰਨੀ ਹੈ ਕਿ ਜੇ ਤੁਹਾਡੀ ਵੋਟ ਬਣੀ ਹੈ ਤਾਂ ਤੁਸੀਂ ਆਪਣੀ ਵੋਟ ਬੜੇ ਸੂਝਵਾਨ ਤਰੀਕੇ ਦੇ ਨਾਲ ਸੋਚ ਸਮਝ ਕੇ ਕੈਂਡੀਡੇਟ ਦੇ ਕੰਮਾਂ ਨੂੰ ਦੇਖਦੇ ਹੋਏ, ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ, ਪਿਛਲਾ ਮੁਲਾਂਕਣ ਕਰਦੇ ਹੋਏ ਤੁਸੀਂ ਵੋਟ ਪਾਉਣੀ ਹੈ। ਸੋ ਇਹ ਤੁਹਾਡੀ ਕੌਮੀ ਜ਼ਿੰਮੇਵਾਰੀ ਵੀ ਹੈ। ਵੋਟ ਪਾਉਣਾ ਤੁਹਾਡਾ ਅਧਿਕਾਰ ਵੀ ਹੈ, ਸਾਡਾ ਰਾਜਨੀਤਿਕ ਅਧਿਕਾਰ ਹੈ, ਪਰ ਸਾਡੀ ਅਧਿਕਾਰ ਦੇ ਨਾਲੋਂ ਸਾਡੀ ਕੌਮੀ ਜ਼ਿੰਮੇਵਾਰੀ ਹੈ। ਠੀਕ ਬੇਟੇ। ਸੋ ਇਹ ਸਾਰਾ ਵੀ ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਅੱਜ ਤੁਹਾਡੇ 25 ਜਨਵਰੀ ਨੂੰ ਵੋਟਰ ਦਿਵਸ ਦੇ ਉੱਤੇ ਇਸ ਚੀਜ਼ ਨੂੰ ਵੀ ਤੁਸੀਂ ਧਿਆਨ 'ਚ ਰੱਖਣਾ ਹੈ। ਅਗਲੀ ਗੱਲ ਬੇਟੇ, ਹੁਣ ਆਪਾਂ UNO ਦੇ ਲੈਸਨ ਦੇ ਉੱਤੇ ਵਾਪਸ ਆ ਰਹੇ ਹਾਂ ਕਿ UNO ਦੇ ਵਿੱਚ ਭਾਰਤ ਦੀ ਭੂਮਿਕਾ। ਹੁਣ ਦੇਖੋ ਆਪਾਂ ਗੱਲ ਕਰਨੀ ਹੈ ਭਾਰਤ ਦੀ। ਮੈਂ ਇਹ ਜਿਹੜਾ ਟੌਪਿਕ ਹੈ ਮੈਂ ਤੁਹਾਨੂੰ 28 ਤਰੀਕ ਕਰਾਵਾਂਗੀ, ਪਰ ਮੈਂ ਤੁਹਾਡੀ ਥੋੜੀ ਜਿਹੀ ਇੱਥੇ ਤੁਹਾਨੂੰ ਥੋੜਾ ਜਿਹਾ ਕਲੀਅਰ ਕਰਨਾ ਚਾਹੁੰਦੀ ਹਾਂ ਕਿ UNO, ਹੁਣ ਆਪਾਂ ਨੇ ਤਾਂ ਦੇਖ ਲਿਆ ਕਿ UNO ਦੀ ਸਟਾਰਟਿੰਗ ਜਦੋਂ ਹੋਈ ਤਾਂ 51 ਦੇਸ਼ਾਂ ਨੇ ਚਾਰਟਰ ਸਾਈਨ ਕੀਤਾ। ਭਾਰਤ ਉਹਨਾਂ 51 ਦੇਸ਼ਾਂ ਚੋਂ ਇੱਕ ਸੀ। ਇਟ ਮੀਨਸ ਭਾਰਤ UNO ਦਾ ਮੁੱਢਲਾ ਮੈਂਬਰ ਹੈ। ਮੁੱਢਲਾ ਮੈਂਬਰ ਮੈਨੇ ਉਹਨਾਂ 51 ਦੇਸ਼ਾਂ ਵਿੱਚੋਂ ਸੀ ਜਿਨੇ UNO ਦੀ ਸਟਾਰਟਿੰਗ ਕੀਤੀ ਸੀ। ਉਸ ਤੋਂ ਇਲਾਵਾ ਅੱਜ 193 ਦੇਸ਼ ਮੈਂਬਰ ਨੇ। ਉਹਨਾਂ 193 ਦੇਸ਼ਾਂ ਦੇ ਵਿੱਚ ਭਾਰਤ ਵੀ ਇੱਕ ਹੈ। ਇਸ ਤੋਂ ਪਿਛਲਾ ਲੈਸਨ ਆਪਾਂ ਨੇ ਕੀਤਾ ਸੀ ਭਾਰਤ ਦੀ ਵਿਦੇਸ਼ ਨੀਤੀ। ਹੁਣ ਜੋ ਭਾਰਤ ਦੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਸੀ ਕਿ ਭਾਰਤ ਕਿਸੇ ਦੇਸ਼ ਤੇ ਹਮਲਾ ਨਹੀਂ ਕਰੇਗਾ, ਆਪਣੇ ਗੁਆਂਢੀਆਂ ਦੇ ਨਾਲ ਮਿੱਤਰਤਾਪੂਰਵਕ ਸੰਬੰਧ ਕਰੇਗਾ, ਸੰਸਾਰ ਵਿੱਚ ਸ਼ਾਂਤੀ ਦੀ ਸਥਾਪਨਾ ਦੀ ਕੋਸ਼ਿਸ਼ ਕਰੇਗਾ, ਭਾਰਤ ਕਿਸੇ ਨੂੰ ਗੁਲਾਮ ਨਹੀਂ ਬਣਾਏਗਾ, ਭਾਰਤ ਆਪਣੇ ਦੇਸ਼ 'ਚ ਬੈਠਾ ਕਿਸੇ ਦੇਸ਼ ਨੂੰ ਗੁਲਾਮ ਨਹੀਂ ਬਣਾਏਗਾ, ਕਿਸੇ ਨਾਲ ਨਸਲੀ ਵਿਤਕਰਾ ਨਹੀਂ ਕਰੇਗਾ, ਪਰਮਾਣੂ ਹਥਿਆਰਾਂ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰੇਗਾ। ਜੇ ਤੁਸੀਂ ਧਿਆਨ ਨਾਲ ਦੇਖੋ, ਜਿਹੜੇ ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤ ਸੀ ਉਹੀ ਸਾਰੇ ਉਦੇਸ਼ ਕਿਹਦੇ ਹੈ? UNO ਦੇ। ਸੋ UNO ਦਾ ਵੀ ਸ਼ੁਰੂਆਤ ਹੋਈ ਸੀ ਤੀਸਰੇ ਵਿਸ਼ਵ ਯੁੱਧ ਨੂੰ ਰੋਕਣ ਲਈ, ਸੰਸਾਰ ਵਿੱਚ ਸ਼ਾਂਤੀ ਦੇ ਲਈ, ਸੰਸਾਰ ਵਿੱਚ ਮਿੱਤਰਤਾ ਦਾ ਮਾਹੌਲ ਬਣਾਉਣਾ, ਦੇਸ਼ਾਂ ਦੀਆਂ ਸਮੱਸਿਆਵਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ, ਛੋਟੇ ਦੇਸ਼ਾਂ ਨੂੰ ਹੈਲਪ ਕਰਨੀ। ਠੀਕ ਹੈ, UNO ਦੀ ਸ਼ੁਰੂਆਤ ਵੀ ਇਹਨਾਂ ਸਾਰੀਆਂ ਚੀਜ਼ਾਂ ਕਰਕੇ। ਸੋ ਭਾਰਤ ਦਾ UNO ਵਿੱਚ ਰੋਲ ਇਹੀ ਹੈ ਕਿ ਜੋ ਕੁਝ UNO ਕਹਿੰਦਾ ਹੈ ਭਾਰਤ ਹਮੇਸ਼ਾ ਉਸਨੂੰ ਇੰਪਲੀਮੈਂਟ ਕਰਦਾ ਹੈ। ਭਾਰਤ ਨੇ ਹਮੇਸ਼ਾ ਹੀ UNO ਦੇ ਕਹੇ ਦੇ ਉੱਤੇ, ਜਿਹਨੂੰ ਆਪਾਂ ਕਹਿੰਦੇ ਫੁੱਲ ਚੜਾਏ ਨੇ। ਜੋ UNO ਦੇ ਸਿਧਾਂਤ ਨੇ ਉਹ ਭਾਰਤ ਦੀ ਵਿਦੇਸ਼ ਨੀਤੀ ਨਾਲ ਮੇਲ ਖਾਂਦੇ ਹੈ। ਸੋ ਭਾਰਤ ਅਤੇ UNO
ਦੇ ਵਿੱਚ ਭਾਰਤ ਆਪਣਾ ਪੂਰਾ ਰੋਲ ਅਦਾ ਕਰ ਰਿਹਾ ਹੈ। ਸੋ ਇਹਦੇ ਜਿਹੜੇ ਪੁਆਇੰਟਸ ਨੇ ਇਹ ਮੈਂ ਤੁਹਾਨੂੰ 28th ਵਾਲੀ ਕਲਾਸ ਦੇ ਵਿੱਚ ਕਰਵਾਵਾਂਗੀ। ਅੱਜ ਦੇ ਲਈ ਤੁਹਾਡਾ ਇੰਨਾ ਹੀ ਬਹੁਤ ਹੈ ਜਿੰਨਾ ਅਸੀਂ ਕੀਤਾ ਹੈ, ਤੇ ਨੈਟ ਦੇ ਉੱਤੋਂ ਏਜੰਸੀਜ਼ ਜ਼ਰੂਰ ਚੈੱਕ ਕਰਨੀਆਂ ਤੇ ਮੈਨੂੰ ਵੀ ਦੱਸਣਾ ਅਗਲੀ ਕਲਾਸ 'ਚ ਕਿ ਮੈਮ ਅਸੀਂ ਨਵੀਆਂ ਏਜੰਸੀਜ਼ ਹੋਰ ਦੇਖੀਆਂ ਨੇ। ਬਾਕੀ ਆਲਰੇਡੀ ਮੇਰੇ ਚੈਨਲ ਦੇ ਉੱਤੇ YouTube ਦੇ ਉੱਤੇ UNO ਦਾ ਲੈਕਚਰ ਹੈ, ਉਹਦੇ ਵਿੱਚ ਵੀ ਬੇਟੇ ਤੁਹਾਨੂੰ ਕਾਫੀ ਨਵੀਆਂ ਏਜੰਸੀਜ਼ ਲੱਭ ਜਾਣਗੀਆਂ, ਉਹ ਲੈਕਚਰ ਵੀ ਹੋ ਸਕੇ ਤਾਂ ਦੇਖ ਲੈਣਾ। ਥੈਂਕ ਯੂ ਵੈਰੀ ਮਚ।